ਦਾ ਸਵਾਗਤ ਹੈ। ਲਗਾਤਾਰ ਅਸੀਂ ਚਰਚਾ ਕਰ ਰਹੇ ਹਾਂ ਅੱਜ ਦੀ ਸਭ ਤੋਂ ਵੱਡੀ ਰਾਜਨੀਤਿਕ ਗਤੀਵਿਧੀ ਤੇ। ਪੰਜਾਬ ਦੀ ਸਿਆਸਤ ਦੇ ਵਿੱਚ ਨਵੇਂ ਰਾਹ ਅਕਾਲੀ ਦਲ ਨੇ ਅਖਤਿਆਰ ਕੀਤੇ ਨੇ। ਨਵਾਂ ਭਾਈਵਾਲ ਬਣਿਆ ਹੈ, ਪੁਰਾਣਿਆਂ ਨਾਲੋਂ ਤੋੜ ਵਿਛੋੜੇ ਹੋ ਚੁੱਕੇ ਨੇ। ਬ੍ਰੇਕ ਤੋਂ ਪਹਿਲਾਂ ਅਸੀਂ ਜ਼ਿਕਰ ਕਰ ਰਹੇ ਸੀ ਬੜੇ ਹਲਕੇ ਫੁਲਕੇ ਢੰਗ ਨਾਲ ਡਾਕਟਰ ਚੀਮਾ ਨੇ ਕਿਹਾ ਸੀ ਡਾਕਟਰ ਰਾਜਕੁਮਾਰ ਵੇਰਕਾ ਹੋਰਾਂ ਨੂੰ, ਮੈਂ ਇੱਕ ਵਾਰੀ ਵਾਪਸ ਚੀਮਾ ਸਾਹਿਬ ਤੁਹਾਡੇ ਕੋਲ ਹੀ ਆਉਣਾ ਚਾਹੂੰਗਾ ਇੱਕ ਕਮੈਂਟ ਲੈ ਕੇ। ਫਿਰ ਭੰਡਾਰੀ ਸਾਹਿਬ ਔਰ ਰੋੜੀ ਸਾਹਿਬ ਵੀ ਜੁੜੇ ਹੋਏ ਨੇ ਨਾਲ। ਸੋ ਵੇਰਕਾ ਸਾਹਿਬ ਜਿਹੜੀ ਗੱਲ ਕਹਿ ਰਹੇ ਸੀ, ਬ੍ਰੇਕ ਲੈਣੀ ਪੈ ਗਈ ਸੀ ਸਾਨੂੰ ਵਿੱਚੋਂ, ਕਿ ਉਹ ਕਹਿੰਦੇ ਵੀ ਤੁਸੀਂ ਵੱਡੀ ਪਾਰਟੀ ਜਿਹੜੀ ਮਾਇਆਵਤੀ ਲੀਡਰ ਨੇ, ਤੁਸੀਂ ਉਹਨਾਂ ਨੂੰ ਇੱਕ ਪਾਸੇ ਇਨਵਾਈਟ ਕਰਦੇ ਹੋ ਕਿ ਤੁਸੀਂ ਪੰਜਾਬ ਆ ਕੇ ਲੜੋ, ਦੂਸਰੇ ਪਾਸੇ ਚਰਚਾ ਇਹ ਹੁੰਦੀ ਹੈ ਕਿ ਡਿਪਟੀ ਸੀਐਮ ਦਾ ਜਿਹੜਾ ਅਹੁਦਾ ਹੈ ਉਹ ਇੱਕ ਦਲਿਤ ਚਿਹਰੇ ਨੂੰ ਦਿੱਤਾ ਜਾਊਗਾ। ਸੋ ਕੀ ਤੁਸੀਂ ਮਾਇਆਵਤੀ ਨੂੰ ਡਿਪਟੀ ਸੀਐਮ ਦਾ ਚਿਹਰਾ ਸੋਚ ਕੇ ਚੱਲ ਰਹੇ ਹੋ? ਅੱਜ ਸ਼ਿਸ਼ਟਾਚਾਰ ਦੇ ਤੌਰ ਤੇ ਚੀਮਾ ਸਾਹਿਬ ਮੈਂ ਬੇਨਤੀ ਕਰ ਰਿਹਾ ਕਿ ਬਾਦਲ ਸਾਹਿਬ ਨੇ ਸ਼ਿਸ਼ਟਾਚਾਰ ਦੇ ਤੌਰ ਦੇ ਉੱਤੇ ਪਰਿਵਾਰ ਦੇ ਬਜ਼ੁਰਗ ਹੋਣ ਦੇ ਨਾਤੇ ਖੁਸ਼ੀ ਦੇ ਵਿੱਚ ਅੱਜ ਭੈਣ ਜੀ ਮਾਇਆਵਤੀ ਨੂੰ ਵਧਾਈ ਦਿੱਤੀ ਸੀ। ਔਰ ਇਹ ਸਾਡਾ ਇੱਕ ਜਿਹੜਾ ਕਲਚਰ ਹੈ ਕਿ ਜਦੋਂ ਪਿਆਰ ਦੇ ਨਾਲ ਤੁਸੀਂ ਆਪਣੇ ਤੋਂ ਕਿਸੇ ਛੋਟੇ ਨੂੰ ਟੈਲੀਫੋਨ ਕਰਦੇ ਹੋ, ਤੁਸੀਂ ਇਨਵਾਈਟ ਵੀ ਕਰਦੇ ਹੋ ਕਿ ਤੁਸੀਂ ਆਓ ਜੀ ਸਾਡੇ ਕੋਲ ਰਹੋ। ਖੁਸ਼ੀ ਤੁਸੀਂ ਇਹ ਵੀ ਕਹਿੰਦੇ ਵੀ ਤੁਸੀਂ ਵੀ ਆਓ ਜੀ, ਤੁਸੀਂ ਵੀ ਲੜੋ, ਕਿਉਂਕਿ ਜਿਹੜਾ ਅਲਾਇੰਸ ਹੋ ਰਿਹਾ ਇਲੈਕਸ਼ਨ ਵਾਸਤੇ ਹੋ ਰਿਹਾ। ਸੋ ਇਹ ਇੱਕ ਪਿਆਰ ਦੀਆਂ ਗੱਲਾਂ ਹੁੰਦੀਆਂ ਨੇ, ਜਜ਼ਬਾਤੀ ਗੱਲਾਂ ਹੁੰਦੀਆਂ ਨੇ, ਭਾਵਨਾਵਾਂ ਐਕਸਪ੍ਰੈਸ ਕਰਨ ਦਾ ਤਰੀਕਾ ਹੁੰਦਾ। ਇਹ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦਾ ਸਟੇਚਰ ਕੀ ਹੈ ਔਰ ਕਿੱਥੋਂ ਇਲੈਕਸ਼ਨ ਲੜਦੇ ਨੇ, ਕਦੋਂ ਉਹਨਾਂ ਨੇ ਇਲੈਕਸ਼ਨ ਲੜਨੀ ਹੈ। ਲੇਕਿਨ ਇਹ ਸਾਡੀ ਜਿਹੜੀ ਰੂਟੀਨ ਦੀ ਬੋਲਬਾਣੀ ਹੁੰਦੀ ਹੈ, ਭਾਸ਼ਾ ਹੁੰਦੀ ਹੈ, ਵਿਵਹਾਰ ਹੁੰਦਾ, ਪਿਆਰ, ਇੱਕ ਦੂਜੇ ਦਾ ਆਦਰ ਐਕਸਪ੍ਰੈਸ ਕਰਨ ਦਾ ਤਰੀਕਾ ਹੁੰਦਾ। ਇਹਦੇ 'ਚ ਘੱਟੋ ਘੱਟ ਰਾਜਨੀਤੀ ਨਹੀਂ ਵੜਨੀ ਚਾਹੀਦੀ। ਹੁਣ ਹਰ ਗੱਲ ਨੂੰ ਤੁਸੀਂ ਕਹੋਗੇ ਕਿ ਇਹਦਾ ਮਤਲਬ ਆ ਨਿਕਲਿਆ, ਇਹਦਾ ਮਤਲਬ ਕੁਝ ਵੀ ਨਹੀਂ। ਇੱਕ ਨਾਰਮਲ ਪਰਿਵਾਰਕ ਜਿਵੇਂ ਭੈਣਾਂ ਭਰਾਵਾਂ ਨੂੰ ਅਸੀਂ ਕਹਿੰਦੇ ਹਾਂ ਕਿ ਤੂੰ ਆ ਸਾਡੇ ਕੋਲ ਰਹਿ, ਕੋਈ ਰਹਿੰਦਾ ਨਹੀਂ ਹੁੰਦਾ, ਹਰ ਇੱਕ ਦੇ ਆਪਣੇ ਜਿਵੇਂ ਹੁੰਦੇ, ਲੇਕਿਨ ਆਪਾਂ ਆਫਰ ਕਰਦੇ ਹੁੰਦੇ ਹਾਂ। ਇਸ ਕਰਕੇ ਉਸ ਸ਼ਿਸ਼ਟਾਚਾਰ ਨੂੰ, ਉਸ ਭਾਵਨਾ ਨੂੰ, ਉਸ ਜਜ਼ਬਾਤ ਨੂੰ ਸਮਝਣਾ ਚਾਹੀਦਾ। ਇਹ ਨਿੱਘ ਦੀ ਗੱਲ ਹੁੰਦੀ ਹੈ, ਪਿਆਰ ਦੀ ਗੱਲ ਹੁੰਦੀ ਹੈ, ਐਕਸਪ੍ਰੈਸ਼ਨ ਨੂੰ ਸਮਝਣਾ ਚਾਹੀਦਾ ਜੀ। ਚੀਮਾ ਸਾਹਿਬ ਆਪਾਂ ਇੱਕ ਛੋਟਾ ਜਿਹਾ ਰਿਐਕਸ਼ਨ ਇਸ ਦੇ ਉੱਤੇ ਲੈ ਲਈਏ, ਆਪਾਂ ਅਗਲੇ ਪੁਆਇੰਟ ਦੇ ਵੱਲ ਅੱਗੇ ਵਧਾਂਗੇ। ਵੇਰਕਾ ਸਾਹਿਬ ਇੱਕ ਰਿਐਕਸ਼ਨ ਦੇ ਦਿਓ। ਸ਼ਿਸ਼ਟਾਚਾਰ ਦੀ ਜਜ਼ਬਾਤੀ ਗੱਲ ਸੀ, ਤੁਸੀਂ ਉਸ ਨੂੰ ਸੀਰੀਅਸ ਲੈ ਗਏ। ਅਕਾਲੀ ਦਲ ਇਹ ਕਹਿਣਾ ਚਾਹ ਰਿਹਾ ਹੈ ਕਿ ਇਹ ਤਾਂ ਇੱਕ ਸ਼ਿਸ਼ਟਾਚਾਰ ਦੀ ਗੱਲ ਸੀ, ਆਪਾਂ ਕਿਸੇ ਨੂੰ ਫੋਨ ਕਰਦੇ ਹਾਂ ਤੇ ਫੋਨ ਕਰਕੇ ਕਹਿੰਦੇ ਕਿ ਠੀਕ ਹੈ ਜੀ ਸਾਡੇ ਘਰ ਵੀ ਆਇਓ, ਚਲੋ ਤੁਸੀਂ ਆ ਰਹੇ ਹੋ ਇੱਥੇ ਇਲੈਕਸ਼ਨ ਵੀ ਲੜੋ। ਇੱਕ ਸ਼ਿਸ਼ਟਾਚਾਰ ਦੀ ਗੱਲ ਹੈ, ਤੁਸੀਂ ਜ਼ਿਆਦਾ ਸੀਰੀਅਸ ਲੈ ਗਏ। पहली गल है कि चीमा साहब मेरे दोस्त था, और पहले मैं एक दोस्ती के नाते अगर कोई इन्हों गल बुरी लगी है, पहले मैं इन्हों को उस गल की माफ़ी मंगना, क्योंकि मैं परसनल तौर के उपर कोई किसी से अटैक करना पसंद नहीं कभी करता। दूसरी चीज़ है क्लिप वायरल हो जानी है जी कही है नहीं, देखो वायरल की गल नहीं, मैं तुहानूं एक गल कह, मैं वो गल नहीं कह रहा, मैं तो एक गल कह रहा कि भाई जे किसी मैं तो कोई भी चीज़ नूं मनण वाला इंसान है, मैं तो कोई चीज़ नूं मनण वाला इंसान है। और मैं दूसरी गल कहना चाहना कि दूसरी गल चीमा साहब ने कही है कि भी शिष्टाचार के नाते प्यार दे नाल सरदार प्रकाश सिंह बादल जी ने वड्डे होण दे नाते मायावती नूं सद्दा दिता, आओ साडे घर ते आके इलैक्शन लड़ो। कि ये सद्दा जदों ये बीजेपी दे विच सी, इन्हां नरेंद्र मोदी नूं भी दिता सी, उन्हां नूं भी कहा सी कि साडे आके जूनीयर पार्टनर बन जाओ। लेकिन मैनू 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 ये बेतुकी जी गल लगी, इसलिए मैं ये गल कही है, होर गल कोई नहीं। लेकिन दूसरी गल मैं एक गल कहना चाहना है, मैं ये गल कहना चाहना है कि ये जिहड़ा गठजोड़ है, ये गठजोड़ कोई किसी भी किस्म का ये गठजोड़ दलितों वास्ते नहीं है। ये सिर्फ अपने स्वार्थां दा गठजोड़ है। ये एक दूसरे दलितां दे मोढियां ते मैं पॉलिटिकल सवाल थोड़े तो इस ते पॉलिटिकल सवाल ते आ जाना है, पॉलिटिकल सवाल ते आ जाना है कि तुसी कांग्रेस पार्टी ये दावा करती रही है कि दलित जिहड़े भाईचारा है, समाज है, उस वर्ग के लोग ने वो कांग्रेस पार्टी के सपोर्टर रहे ने। ये बाकी पोलीटिकल लीडर भी गल करते हैं और मीडिया सफा च भी गल होंदी है, एक्सपर्ट भी करते हैं। पर थोनू नहीं लगता कि बीएसपी जे हुण अकाली दल नाल चली जाऊगी तो उस वोट बैंक च सेंध लगूगी? नहीं 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 नहीं, इस गल दा विजयपाल कोई फर्क पैने वाला नहीं है। और जित तक सवाल इस गल का है कांग्रेस पार्टी का, कांग्रेस पार्टी पंजाब नूं हमेशा ही सत्कार दिता है। पंजाब के अंदरों जे कोई राष्ट्रपति बनया
ਤੇ ਪੰਜਾਬ ਦਾ ਸਿੱਖ ਬਣਿਆ ਉਹ ਗਿਆਨੀ ਜੈਲ ਸਿੰਘ। ਜੇ ਪ੍ਰਧਾਨ ਮੰਤਰੀ ਕਾਂਗਰਸ ਨੇ ਬਣਾਇਆ ਤੇ ਫਿਰ ਕਾਂਗਰਸ ਨੇ ਬਣਾਇਆ ਨਾ, ਪੰਜਾਬ ਨੂੰ ਸਤਿਕਾਰ ਦਿੱਤਾ। ਔਰ ਦੂਸਰੇ ਪਾਸੇ ਮੈਂ ਕਹਾਂ ਦਲਿਤਾਂ ਦੀ ਗੱਲ ਕਿ ਦੇਸ਼ ਦੇ ਅੰਦਰ 2 ਵਾਰ ਦਲਿਤਾਂ ਨੂੰ ਦੇਸ਼ ਦਾ ਹੋਮ ਮਿਨਿਸਟਰ ਬਣਾਉਣ ਦਾ ਮੌਕਾ ਕਾਂਗਰਸ ਪਾਰਟੀ ਨੇ ਦਿੱਤਾ ਹੈ। ਵੱਖ-ਵੱਖ ਸਟੇਟਾਂ 'ਚ ਦਲਿਤ ਸੀਐਮ ਰਹੇ ਆ, ਮੁੱਖ ਮੰਤਰੀ ਰਹੇ ਬਹੁਤ ਸਾਰੀਆਂ ਸਟੇਟਾਂ 'ਚ। ਲੇਕਿਨ ਅੱਜ ਬੀਜੇਪੀ ਨੂੰ ਵੀ ਮੈਂ ਕਹਾਂਗਾ ਕਿ ਸੱਚਮੁੱਚ ਜੇ ਪ੍ਰੇਮ ਜਾਗਿਆ, ਦਲਿਤ ਪ੍ਰੇਮ ਤੁਹਾਡੇ ਅੰਦਰ ਜਾਗਿਆ ਤੇ ਭਾਈ ਇਹਦਾ ਸੱਚਾ ਸਬੂਤ ਦਿਓ। ਕਿਸੇ ਸਟੇਟ ਦੇ ਅੰਦਰ ਮੁੱਖ ਮੰਤਰੀ ਡਿਕਲੇਅਰ ਕਰ ਦਿਓ ਕਿਸੇ ਪਾਸੇ ਤੇ ਇਹ ਪਤਾ ਲੱਗੇਗਾ ਵੀ ਤੁਹਾਡਾ ਪ੍ਰੇਮ ਜਾਗਿਆ। ਤੇ ਮੈਨੂੰ ਇਦਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਕੁਰਸੀ ਪ੍ਰੇਮ ਜਾਗਿਆ, ਇਹ ਕੁਰਸੀ ਪ੍ਰੇਮ ਨਹੀਂ ਦਲਿਤ ਪ੍ਰੇਮ ਹੋਣਾ ਚਾਹੀਦਾ। ਭੰਡਾਰੀ ਸਾਹਿਬ ਇੱਕ ਰਿਐਕਸ਼ਨ ਦੇ ਦਿਓ, ਫਿਰ ਆਪਾਂ ਰੋੜੀ ਸਾਹਿਬ ਦਾ ਰੁਖ ਕਰਦੇ ਹਾਂ। ਭੰਡਾਰੀ ਸਾਹਿਬ ਉਹ ਕਹਿ ਰਹੇ ਨੇ ਕਿ ਤੁਹਾਡਾ ਦਲਿਤ ਪ੍ਰੇਮ ਜਾਗਿਆ, ਅਕਾਲੀ ਦਲ ਬੀਐਸਪੀ ਦੀ ਅੱਜ ਗੱਲ ਹੋ ਰਹੀ ਹੈ, ਤੁਹਾਨੂੰ ਇਤਰਾਜ਼ ਵੀ ਹੈ ਤੇ ਜੇ ਵਾਕਈ ਤੁਹਾਨੂੰ ਲੱਗਦਾ ਕਿ ਦਲਿਤਾਂ ਨੂੰ ਉਹਨਾਂ ਦੀ ਨੁਮਾਇੰਦਗੀ ਮਿਲਣੀ ਚਾਹੀਦੀ ਹੈ, ਪਰ ਸੀਐਮ ਬਣਾਓ ਨਾ ਕਿਸੇ ਸਟੇਟ ਇਤਰਾਜ਼ ਨਹੀਂ। ਪਰ ਸੁਣੋ ਮੇਰੀ ਗੱਲ ਜੀ, ਬੜਾ ਮੈਂ ਥੋੜਾ ਜਿਹਾ ਦੇਖ ਰਿਹਾ ਸੀ, ਮਾਈਂਡ ਅਪਲਾਈ ਕਰ ਰਿਹਾ ਸੀ ਕਿ ਸਟੇਟ ਚ ਕਿਹੜੇ ਕਿਹੜੇ ਅਸੀਂ ਸਾਡੇ ਦਲਿਤ ਡਿਪਟੀ ਸੀਐਮ ਹੋ ਰਿਹਾ ਹੈਗੇ ਤਾਂ ਹੈ। ਯੂਪੀ ਚ ਵੀ ਡਿਪਟੀ ਸੀਐਮ ਦਲਿਤ ਹੈ। ਮੈਂ ਤਾਂ ਇਹ ਯਾਰ ਕਿ ਅਰੇ ਯਾਰ ਰਾਸ਼ਟਰਪਤੀ ਦਲਿਤ ਹੈ, ਕਿੱਥੇ ਬੈਠੇ ਨੇ ਸਟੇਟਾਂ ਦੇ ਵਿੱਚ? ਮੈਨੂੰ ਤਾਂ ਸਮਝ ਨਹੀਂ ਆਉਂਦੀ ਵੇਰਕਾ ਜੀ ਕਿਹੋ ਜਿਹੀਆਂ ਗੱਲਾਂ ਕਰਦੇ। ਅਰੇ ਬੀਜੇਪੀ ਨੇ ਜੋ ਇਸ ਵੇਲੇ ਪ੍ਰੈਜ਼ੈਂਟ ਪ੍ਰੈਜ਼ੀਡੈਂਟ ਹੈ ਦੇਸ਼ ਦਾ, ਉਹ ਵੀ ਦਲਿਤ ਹੈ। ਇਹ ਕਿਹੋ ਜਿਹੀਆਂ ਗੱਲਾਂ ਕਰਦੇ ਤੁਸੀਂ ਤਾਂ ਮੈਨੂੰ ਸਮਝ ਨਹੀਂ ਆਉਂਦੀ। ਨਹੀਂ ਪਰ ਕਿੱਥੇ ਪਹੁੰਚ ਗਏ? ਠੀਕ ਭੰਡਾਰੀ ਸਾਹਿਬ, ਤੁਹਾਨੂੰ ਮਤਲਬ ਮੈਂ ਜੇ ਹੁਣ ਦੇਸੀ ਭਾਸ਼ਾ 'ਚ ਪੁੱਛਾਂ ਵੀ ਜਦੋਂ ਆਪਦਾ ਕੋਈ ਪੁਰਾਣਾ ਯਾਰ ਦੋਸਤ ਹੋਵੇ ਛੱਡ ਕੇ ਕਿਸੇ ਦੂਜੇ ਨਾਲ ਯਾਰੀ ਲਾ ਲੇ ਤਾਂ ਮਾੜਾ ਮੋਟਾ ਦੁੱਖ ਤੇ ਹੁੰਦਾ ਹੀ ਹੈ। ਕੋਈ ਦੁੱਖ ਨਹੀਂ ਜੀ। ਹੈ ਉਹ ਨਾ ਵਿਜੇ ਜੀ, ਹਾਂਜੀ ਤੁਸੀਂ ਮਿੱਤਰ ਹੋ ਸਾਡੇ ਕੋਲ ਆ ਮਹੀਨੇ ਹਾਸੇ ਚ ਕੋਈ ਗੱਲ ਨਾ ਘੁਆ ਲਈਓ। ਦੇਖੋ ਅਸੀਂ ਕੁਝ ਨਹੀਂ ਕਹਿਣਾ। ਦੇਖੋ ਉਹਨਾਂ ਨੇ ਵੇਰਕਾ ਜੀ ਨੇ ਕੁਝ ਕਹਿਤਾ ਜੇ ਕਿ ਮੈਂ ਵੀ ਵੇਰਕਾ ਜੀ ਦੀ ਗੱਲ ਨਾਲ ਸਹਿਮਤ ਨਹੀਂ। ਤੇ ਦੇਖੋ ਚੀਮਾ ਜੀ ਨੇ, ਪਰ ਇਹ ਹੈ ਵੀ ਜਿਹੜੀਆਂ ਗੱਲਾਂ ਹੋ ਰਹੀਆਂ ਗੱਲਾਂ ਤਾਂ ਉਸੇ ਲਾਈਨ ਤੇ ਹੋ ਰਹੀਆਂ। ਲੋਕ ਤਾਂ ਇੱਕ ਵਾਰੀ ਤਾਂ ਹੱਸਦੇ ਆ, ਇੱਕ ਵਾਰੀ ਤਾਂ ਸਮਾਈਲ ਦਿੰਦੇ ਆ। ਮੈਨੂੰ ਅੱਜ ਪਤਾ ਨਹੀਂ ਕੌਣ ਕਹਿੰਦਾ ਭੁੱਖੀ ਗਾਂ ਸੀ ਸੁੱਕੀ ਘਾਹ ਸੀ, ਸਰ ਗਿਆ ਕਹਿੰਦਾ। ਸਮਝੀ ਕੁਛ? ਭੁੱਖੀ ਗਾਂ ਸੀ ਸੁੱਕੀ ਘਾਹ ਸੀ, ਸਰ ਗਿਆ। ਸੋ ਇਹੋ ਜਿਹਾ ਗਠਬੰਧਨ ਕੀ ਕਹੀਏ ਆ। ਮੈਂ ਥੋੜਾ ਜਿਹਾ ਹੋਰ ਅੱਗੇ ਵਧਾਦਾ। ਮੈਨੂੰ ਲੱਗਦਾ ਕਹਾਵਤਾਂ ਦੇ ਨਾਲ ਤੁਸੀਂ ਖੁਦ ਨੂੰ ਦਿਲਾਸਾ ਦੇ ਰਹੇ ਹੋ ਬੀਜੇਪੀ ਵਾਲੇ। ਉਹ ਨਹੀਂ, ਸਾਨੂੰ ਕਾਹਦਾ ਦਿਲਾਸਾ ਯਾਰ। ਵੀ ਆਰ ਏ ਨੈਸ਼ਨਲ ਪਾਰਟੀ। ਇਸ ਵੇਲੇ ਪ੍ਰਮਾਤਮਾ ਦੀ ਕਿਰਪਾ ਹੈ, ਦੇਸ਼ ਦੀ ਜਨਤਾ ਨੇ ਐਡਾ ਵੱਡਾ ਵਿਸ਼ਵਾਸ ਬੀਜੇਪੀ 'ਚ ਅਰਜਿਤ ਕੀਤਾ ਆ ਕਿ ਨਿਆਂ ਸਟੇਟਾਂ ਦੇ ਸਾਡੇ ਸੀ। ਮੈਂ ਅਸੀਂ ਫਾਲਤੂ ਗੱਲ ਨਹੀਂ ਕਰਨੀ। ਭੰਡਾਰੀ ਸਾਹਿਬ, ਪੰਜਾਬ 'ਚ ਵੀ ਗਵਰਨਮੈਂਟ ਹੁੰਦੀ ਤਾਂ ਫਿਰ ਰਜਿੰਦਰ ਭੰਡਾਰੀ ਸ਼ਾਇਦ ਕੈਬਨਿਟ ਮੰਤਰੀ ਹੁੰਦੇ। ਇਹ ਤਾਂ ਕਿਤੇ ਨਾ ਕਿਤੇ ਤਾਂ ਜ਼ਿਹਨ 'ਚ ਰਹਿੰਦਾ ਨਾ। ਗੌਰਵ ਜੀ, ਸਾਡੇ ਕੋਈ ਫਰਕ ਨਹੀਂ ਪੈਂਦਾ। ਮੈਂ ਤੁਹਾਨੂੰ ਸਪਸ਼ਟ ਕਰਨਾ, ਮੰਤਰੀ ਨੋ ਮੰਤਰੀ, ਐਮਐਲਏ ਨੋ ਐਮਐਲਏ, ਅਸੀਂ ਤਾਂ ਫॉर ਅਸ ਨੇਸ਼ਨ ਇਜ਼ ਫਰਸਟ, ਪਾਰਟੀ ਇਜ਼ ਨੈਕਸਟ। ਸਾਹਮਣਾ ਖੀਚ ਅਸੀਂ ਨਹੀਂ ਭੰਡਾਰੀ ਸਾਹਿਬ, ਫਰਕ ਤਾਂ ਪੈਂਦਾ। ਇਹ ਤਾਂ ਗੱਲ ਤੁਸੀਂ ਨਾ ਮੰਨੋ ਚਾਹੇ ਨਾ ਮੰਨੋ। ਰੋੜੀ ਸਾਹਿਬ, ਮੈਂ ਰੋੜੀ ਸਾਹਿਬ ਦਾ ਰੁਕ ਕਰਦਾ, ਬੜੀ ਦੇਰ ਦਾ ਇੰਤਜ਼ਾਰ ਕਰ ਰਿਹਾ ਮੈਂ ਤੁਹਾਡੇ ਕੋਲ। ਅੱਡੀ ਲਾਲਚ ਨਹੀਂ ਜੀ, ਅੱਡੀ ਲਾਲਚ ਨਹੀਂ। ਕਹਿਣ ਦੇ ਪਹਿਲਾਂ ਪੁੱਛਣਾ ਨਹੀਂ ਚਾਹੀਦਾ। ਕਹਿਣ ਦੇ ਪਹਿਲਾਂ ਕਿ ਬੀਜੇਪੀ ਨਹੀਂ ਉਹ ਵੀ ਕਹਿੰਦੇ ਹੁੰਦੇ ਨਾ ਭੰਡਾਰੀ ਸਾਹਿਬ ਕਿ ਮੰਗਣਾ ਹੈ ਨਹੀਂ, ਨਾ ਕਰਨੀ ਨਹੀਂ। ਸੱਤਾ ਹੀ ਆਈ ਨਾ। ਨਹੀਂ ਭੰਡਾਰੀ ਸਾਹਿਬ, ਉਹ ਵੀ ਗੱਲ ਹੁੰਦੀ ਹੈ ਕਿ ਮੰਗਣੀ ਚੀਜ਼ ਹੈ ਨਹੀਂ, ਕਿ ਨਾ ਕਰਨੀ ਨਹੀਂ। ਫਿਰ ਉਹ ਪੁਆਇੰਟ ਤਾਂ ਨਹੀਂ ਆ ਜਾਂਦਾ ਕਿ ਠੀਕ ਹੈ ਜੇ ਐਮਐਲਏ ਬਣਾਤਾ ਤਾਂ ਠੀਕ ਹੈ, ਮੰਤਰੀ ਬਣਾਤਾ ਪਰ ਮੰਗਣਾ ਨਹੀਂ ਆਪਾਂ। ਚਲੋ ਠੀਕ ਹੈ, ਆਪਾਂ ਤੁਹਾਡੇ ਕੋਲ ਆਨੇ, ਆਪਾਂ ਗੱਲਬਾਤ ਅੱਗੇ ਤੋਰੀਏ ਥੋੜੀ ਜੀ। ਰੋੜੀ ਸਾਹਿਬ, ਮੈਂ ਤੁਹਾਡੇ ਵਾਲੇ ਪਾਸੇ ਰੁਕ ਕਰਾਂ। ਤੁਸੀਂ ਖੁਦ ਆਉਂਦੇ ਹੋ ਦੁਆਬੇ ਤੋਂ, ਗੜਸ਼ੰਕਰ ਤੋਂ, ਤੇ ਦੁਆਬੇ ਦੇ ਵਿੱਚ ਬੀਐਸਪੀ ਦਾ ਚੰਗਾ ਆਧਾਰ ਕਿਹਾ ਜਾਂਦਾ ਹੈ। 34 ਸੀਟਾਂ ਨੇ, ਉਹਨਾਂ ਦੇ ਵਿੱਚੋਂ 22 ਸੀਟਾਂ ਕਾਂਗਰਸ ਦੇ ਕੋਲ ਨੇ ਇਸ ਸਮੇਂ ਰਿਜ਼ਰਵ, 9 ਸੀਟਾਂ ਆਮ ਆਦਮੀ ਪਾਰਟੀ ਕੋਲ ਨੇ। ਇਹ ਵੱਡਾ ਵੋਟ ਬੈਂਕ ਹੈ, ਜਿਹਨੇ 20 ਦੇ ਵਿੱਚੋਂ ਕਰੀਬ ਅੱਧੀਆਂ ਸੀਟਾਂ ਤੁਹਾਨੂੰ ਦਵਾਈਆਂ, ਉਹ ਰਿਜ਼ਰਵ ਸੀਟਾਂ ਜਿੱਥੇ ਵੱਡਾ ਦਲਿਤਾਂ ਦਾ ਆਧਾਰ ਸੀ। ਤੇ ਕਿਤੇ ਨਾ ਕਿਤੇ ਅਕਾਲੀ ਦਲ ਨੇ ਉਸ ਵੋਟ ਬੈਂਕ ਤੱਕ ਪਹੁੰਚਣ ਦੀ ਹੀ ਕੋਸ਼ਿਸ਼ ਕੀਤੀ ਹੈ ਇਸ ਪੂਰੇ ਗਠਜੋੜ ਦੇ ਨਾਲ, ਤੇ ਉਸ ਦਾ ਅਸਰ ਆਮ ਆਦਮੀ ਪਾਰਟੀ ਤੇ ਨਜ਼ਰ ਆ ਸਕਦਾ। ਤੁਹਾਨੂੰ ਲੱਗਦਾ ਕਿ ਤੁਹਾਡੇ ਵਾਲੇ ਇਲਾਕੇ ਦੇ ਵਿੱਚ ਦਿੱਕਤ ਹੋ ਸਕਦੀ ਹੈ? ਤੁਸੀਂ ਮੰਨੋਗੇ ਨਹੀਂ ਕਹੋਗੇ, ਇਹ ਵੀ ਸਾਨੂੰ ਪਤਾ ਹੈ, ਪਰ ਕਿਵੇਂ ਇਹ ਚੁਣੌਤੀ ਨੂੰ ਸੰਭਾਲੋਗੇ ਤੁਸੀਂ ਦੁਆਬੇ ਦੇ ਵਿੱਚ, ਖਾਸ ਤੌਰ ਤੇ ਆਪਣੇ ਹਲਕੇ ਦੇ ਵਿੱਚ, ਖਾਸ ਤੌਰ ਤੇ ਹੁਸ਼ਿਆਰਪੁਰ, ਦਸੂਹਾ, ਇਹ ਸੀਟਾਂ ਤੱਕ ਬੀਐਸਪੀ ਨੂੰ ਦੇਤੀਆਂ ਅਕਾਲੀ ਦਲ ਨੇ?
ਦੇਖੋ ਗੌਰਵ ਜੀ, ਸਾਰੀ ਗੱਲ ਜੇਕਰ ਤੁਸੀਂ ਧਿਆਨ ਨਾਲ ਦੇਖੋ, ਜਿੰਨੀਆਂ ਵੀ ਸੀਟਾਂ ਨੇ ਜੀ 20 ਦੇ ਵਿੱਚੋਂ ਜ਼ਿਆਦਾਤਰ ਸੀਟਾਂ ਉਹ ਦਿੱਤੀਆਂ ਅਕਾਲੀ ਦਲ ਨੇ ਬਸਪਾ ਨੂੰ, ਜਿਹੜੀਆਂ ਪਹਿਲਾਂ ਹੀ ਰਿਜ਼ਰਵ ਨੇ। ਤੇ ਇਹ ਕਹਿੰਦੇ ਕਿ ਅਸੀਂ ਦਲਿਤਾਂ ਨੂੰ ਡਿਪਟੀ ਸੀਐਮ ਬਣਾਉਣਾ। ਜਿਹੜੀਆਂ ਜਨਰਲ ਸੀਟਾਂ ਸੀ ਉਹ ਬਸਪਾ ਨੂੰ ਕਿਉਂ ਨਹੀਂ ਦਿੱਤੀਆਂ? ਦਿੱਤੀਆਂ ਸਰ, 8 ਰਿਜ਼ਰਵ ਨੇ, 12 ਜਨਰਲ ਸੀਟਾਂ ਨੇ। ਮੈਂ ਉਹੀ ਕਹਿ ਰਿਹਾ ਨਾ ਜੀ, ਤੁਸੀਂ ਦੇਖੋ ਕਿ ਦੁੱਗਣੇ ਨਾਲੋਂ ਅੱਧ ਨਾਲੋਂ ਵੱਧ ਜਿਹੜੀਆਂ ਨੇ, ਅੱਧ ਨਾਲੋਂ ਵੱਧ 10 ਸੀਟਾਂ ਦਾ ਅੱਧ ਬਣਦਾ, ਤੇ ਉਹਦੇ ਵਿੱਚੋਂ ਵੀ ਇਹਨਾਂ ਨੇ ਜਿਹੜੀਆਂ 12 ਸੀਟਾਂ ਰਿਜ਼ਰਵ ਦੇ ਦਿੱਤੀਆਂ। ਚਲੋ ਛੱਡ ਦਿਓ ਗੱਲ। ਚੀਮਾ ਸਾਹਿਬ ਬੜੇ ਸਤਿਕਾਰਯੋਗ ਨੇ, ਇਹਨਾਂ ਨੇ ਕਿਹਾ ਕਿ ਵਧਾਈ ਨਹੀਂ ਦਿੱਤੀ। ਚਲੋ ਵਧਾਈ ਅਸੀਂ ਦੇ ਦਿੰਦੇ ਇਹਨਾਂ ਨੂੰ, ਪਰ ਵਧਾਈ ਲੈਣ ਦੇ ਹੱਕਦਾਰ ਤਾਂ ਸੀ ਕਿ 10 ਸਾਲ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਰਾਜ ਰਿਹਾ, ਤੇ ਉਸ ਸਮੇਂ ਦਲਿਤਾਂ ਦਾ ਜੋ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੋਇਆ, ਕਿਸੇ ਤੋਂ ਲੁਕਿਆ ਹੋਇਆ ਨਹੀਂ। ਜਿੰਨੇ ਵੀ ਕੇਂਦਰ ਸਰਕਾਰ ਤੋਂ ਸਕਾਲਰਸ਼ਿਪ ਦੇ ਪੈਸੇ ਆਏ ਨੇ, ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਕਿੰਨਾ ਵੱਡਾ ਘੁਟਾਲਾ ਹੋਇਆ। ਕਾਂਗਰਸ ਦੇ ਮੈਨੀਫੈਸਟੋ ਵਿੱਚ ਵੀ ਲਿਖਿਆ ਕਿ ਅਸੀਂ ਆ ਕੇ ਪਾਣੀ ਸਾਫ਼ ਅਲੱਗ ਕਰਾਂਗੇ, ਕਿ ਅਸੀਂ ਜਿਨ੍ਹਾਂ ਨੇ ਘੁਟਾਲੇ ਕੀਤੇ ਜਾ ਕੇ ਅੰਦਰ ਕਰਾਂਗੇ। 1200 ਕਰੋੜ ਦਾ ਕੋਈ ਕਹਿ ਰਿਹਾ, ਕੋਈ 800 ਕਰੋੜ ਦਾ ਕਹਿ ਰਿਹਾ ਸੀ, ਕੋਈ 1000 ਕਰੋੜ ਦਾ ਕਹਿ ਰਿਹਾ ਸੀ। ਚਲੋ 4 ਸਾਲ ਹੋ ਗਏ, ਇਹਨਾਂ ਨੇ ਵੀ ਇਨਸਾਫ ਨਹੀਂ ਕੀਤਾ, ਪਰ ਘੁਟਾਲਾ ਤਾਂ ਉਸ ਟਾਈਮ ਹੋਇਆ ਸੀ ਨਾ। ਅੱਜ ਬਸਪਾ ਦਾ ਸ਼੍ਰੋਮਣੀ ਅਕਾਲੀ ਦਲ ਤੇ ਨਾਲ ਸਮਝੌਤਾ, ਕਹਿਣ ਦਾ ਭਾਵ ਜਿਨ੍ਹਾਂ ਬੱਚਿਆਂ ਨੇ ਕਾਲਜਾਂ ਦੇ ਬਾਹਰ ਧਰਨੇ ਲਾਏ, ਜਿਨ੍ਹਾਂ ਬੱਚਿਆਂ ਨੂੰ ਗਲੀਆਂ ਦੇ ਵਿੱਚ ਰੁਲਿਆ ਗਿਆ, ਜਿਨ੍ਹਾਂ ਬੱਚਿਆਂ ਨੇ ਕਾਲਜਾਂ ਦੇ ਬਾਹਰ ਹੱਥਾਂ ਵਿੱਚ ਡਿਗਰੀਆਂ ਲੈਣ ਦੇ ਲਈ ਭੁੱਖ ਹੜਤਾਲ ਤੇ ਬੈਠੇ, ਬਸਪਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਜਸਟੀਫਾਈ ਕਰ ਦਿੱਤਾ। ਅੱਜ ਉਹਨਾਂ ਦਲਿਤ ਬੱਚਿਆਂ ਨੂੰ ਜਿਨ੍ਹਾਂ ਨੇ ਭੁੱਖਿਆ ਰਹਿ ਕੇ ਪਿੱਟ ਪਾ ਆਪਣਾ ਗੱਠ ਦੇ ਕੇ ਜਿਹੜੇ ਪੜ੍ਹੇ ਆ, ਤੇ ਉਸ ਤੋਂ ਬਾਅਦ ਉਹਨਾਂ ਨੂੰ ਡਿਗਰੀਆਂ ਨਹੀਂ ਮਿਲੀਆਂ, ਅੱਜ ਵੀ ਬੇਰੁਜ਼ਗਾਰੀ ਘਰ ਬੈਠੇ ਨੇ, ਉਹਨਾਂ ਦਾ ਜਿਹੜਾ ਜਸਟੀਫਾਈ ਕਰਤਾ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿ ਰਹੇ ਸੀ ਕਿ ਸਾਡਾ ਚੋਣ ਮੈਨੀਫੈਸਟੋ ਆ, ਕਹਿੰਦੇ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਉਹਦੇ ਅਨੁਸਾਰ ਸਾਡਾ ਮੈਨੀਫੈਸਟੋ ਹੈ, ਪੰਜਾਬ ਦੇ ਵਿੱਚ ਅਸੀਂ ਉੱਦਾਂ ਦਾ ਰਾਜ ਲੈ ਕੇ ਆਵਾਂਗੇ। ਤੇ 2015 ਦੇ ਵਿੱਚ ਕੀ ਹੋਇਆ? ਅਕਾਲੀ ਦਲ ਦੀ ਸਰਕਾਰ ਦੇ ਸਮੇਂ ਉਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਦੇ ਵਿੱਚ ਰੋਲਿਆ ਗਿਆ, ਤੇ ਅੱਜ ਬਸਪਾ ਨੇ ਉਹ ਵੀ ਜਸਟੀਫਾਈ ਕਰ ਦਿੱਤਾ। ਬਸਪਾ ਨੇ ਅੱਜ ਬਦਲ ਕੇ ਜਿਹੜੇ ਉਹਨਾਂ ਦੇ ਰਾਜ ਦੇ ਵਿੱਚ ਜਿਨ੍ਹਾਂ ਦੇ ਬੇਅਦਬੀ ਹੋਈ, ਉਹਨਾਂ ਨੂੰ ਵੀ ਮਾਫ ਕਰਤਾ, ਅੱਜ ਉਹਨਾਂ ਨਾਲ ਸਮਝੌਤਾ ਕਰ ਲਿਆ। ਪਰ ਅੱਜ ਬਸਪਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਬਾਦਲ ਸਾਹਿਬ ਦੀ ਪਾਰਟੀ ਕਦੇ ਕਿਸੇ ਦੀ ਸਕੀ ਨਹੀਂ ਬਣੀ। ਬਸਪਾ ਦੇ ਹੀ ਜਿੰਨੇ ਮੇਨ ਲੀਡਰ ਸੀ, ਉਹ ਪੁੱਟ ਕੇ ਆਪਣੀ ਪਾਰਟੀ ਸ਼ਾਮਲ ਕਰਕੇ ਆਪਣੇ ਐਮਐਲਏ ਬਣਾ ਲਏ, ਅੱਜ ਉੱਥੋਂ ਵੀ ਬਸਪਾ ਨੂੰ ਸੀਟਾਂ ਨਹੀਂ ਦਿੱਤੀਆਂ। ਮੇਰੇ ਕਹਿਣ ਦਾ ਭਾਵ ਕੀ ਹੈ, ਉਹ ਦਿਨ ਦੂਰ ਨਹੀਂ ਜਿਸ ਦਿਨ ਬਸਪਾ ਵਾਲੇ ਕਹਿਣਗੇ ਹਮਾਰੀ ਭੂਲ, ਇਹ ਮੁੜ ਕੇ ਅਕਾਲੀ ਦਲ ਨਾਲ ਗੱਠਜੋੜ ਨਹੀਂ। ਰੋੜੀ ਸਾਹਿਬ, ਪਹਿਲਾਂ ਮੈਂ ਕਹਿ ਰਿਹਾ ਸੀ ਤੁਸੀਂ ਸੌਫਟ ਹੋ, ਹੁਣ ਤੁਸੀਂ ਬੀਐਸਪੀ ਤੇ ਵੀ ਹਾਰਡ ਹੋ, ਪਰ ਮੈਨੂੰ ਇੱਕ ਰਿਐਕਸ਼ਨ ਲੈਣ ਦਿਓ। ਅਸੀਂ ਤਾਂ ਕੋਸ਼ਿਸ਼ ਕਰ ਰਹੇ ਕਿ ਬੀਐਸਪੀ ਦੇ ਲੀਡਰ ਵੀ ਸਾਡੇ ਨਾਲ ਜੁੜਨ। ਜਸਵੀਰ ਸਿੰਘ ਗੜੀ ਨੂੰ ਵੀ ਅਸੀਂ ਫੋਨ ਕੀਤਾ, ਉਹਨਾਂ ਨੇ ਗੱਲਬਾਤ ਫਿਲਹਾਲ ਕਰਨ ਤੋਂ ਇਨਕਾਰ ਕਰ ਦਿੱਤਾ ਇਸ ਗਠਜੋੜ ਦੇ ਐਲਾਨ ਤੋਂ ਬਾਅਦ ਵੀ। ਪਰ ਇੱਕ ਰਿਐਕਸ਼ਨ ਚੀਮਾ ਸਾਹਿਬ ਤੁਹਾਡਾ, ਦੇਖੋ ਆਮ ਆਦਮੀ ਪਾਰਟੀ ਇਲਜ਼ਾਮ ਲਗਾ ਰਹੀ ਹੈ ਕਿ ਜਿਹੜੇ ਘੁਟਾਲੇ ਦੇ ਇਲਜ਼ਾਮ ਲੱਗੇ ਉਸ ਤੋਂ ਕੀ ਫਾਰਕ ਹੋ ਗਏ, ਬੀਐਸਪੀ ਉਸ ਦੇ ਉੱਤੇ ਸਵਾਲ ਚੁੱਕਦੀ ਸੀ, ਹੁਣ ਨਾਲ ਖੜੀ ਹੈ। ਸਿਮਰਜੀਤ ਬੈਂਸ ਦਾ ਵੀ ਮੈਂ ਬਿਆਨ ਸੁਣ ਰਿਹਾ ਸੀ, ਉਹ ਕਹਿੰਦੇ ਸੀ ਕਿ ਜਿਹੜੇ ਅਕਾਲੀ ਦਲ ਦੇ ਉੱਤੇ ਬਹੁਤ ਇਲਜ਼ਾਮ ਲਗਾਉਂਦੇ ਸੀ, ਸਵਾਲ ਚੁੱਕਦੇ ਸੀ, ਅੱਜ ਨਾਲ ਜਾ ਕੇ ਰਲ ਗਏ, ਖੜੇ ਹੋ ਗਏ ਨਾਲ ਜਾ ਕੇ। ਦੇਖੋ ਗੱਲ ਇਹ ਹੈ ਗੌਰਵ ਜੀ, ਵੀ ਸਾਡੇ ਸਾਥੀ ਜਿਹੜੇ ਆ, ਚਾਹੇ ਵੇਰਕਾ ਸਾਹਿਬ ਹੈ, ਚਾਹੇ ਸਾਡੇ ਐਮਐਲਏ ਸਾਹਿਬ ਹੈ ਗੜ੍ਹਸ਼ੰਕਰ ਵਾਲੇ, ਇਹ ਉੱਤੋਂ ਹੁਣ ਮਾੜੀ ਮੋਟੀ ਮੇਰੇ ਕਹਿਣ ਤੋਂ ਬਾਅਦ ਵਧਾਈ ਤਾਂ ਦੇਣ ਲੱਗੇ ਆ, ਪਰ ਜਿਹੜੀਆਂ ਚੀਕਾਂ ਇਹਨਾਂ ਦੀਆਂ ਨਿਕਲੀਆਂ ਹੋਈਆਂ, ਆਵਾਜ਼ ਤੋਂ, ਦਰਦ ਤੋਂ ਪਤਾ ਲੱਗ ਜਾਂਦਾ ਕਿ ਇਸ ਗੱਠਜੋੜ ਦੇ ਪੰਜਾਬ ਵਾਸਤੇ ਮਾਇਨੇ ਕੀ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਜਿਹੜੀ ਹੈ ਕਿਸ ਪਾਸੇ ਕਰਵਟ ਲੈਣ ਲੱਗੀ। ਇਸ ਕਰਕੇ ਇਹਨਾਂ ਨੇ ਇੱਕ ਦਿਨ ਵੀ ਇੰਤਜ਼ਾਰ ਨਹੀਂ ਕੀਤਾ, ਕਿਉਂਕਿ ਬੜਾ ਟਾਈਮ ਹੁੰਦਾ ਅਟੈਕ ਕਰਨ ਦਾ, ਹਮਲੇ ਕਰਨ ਦਾ। ਇਹ ਜਿਹੜੀ ਹੁਣੇ ਸਟ੍ਰੈਟਜੀ ਪਾਰਟੀਆਂ ਦੀ ਇੰਨੀ ਚੇਂਜ ਹੋ ਗਈ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਬਸਪਾ ਅੱਜ ਦੀ ਐਗਜ਼ਿਸਟ ਨਹੀਂ ਕਰਦੀ, ਬਹੁਤ ਪੁਰਾਣੀ ਪਾਰਟੀ ਹੈ ਬਸਪਾ ਵੀ, 86 ਦੇ ਵਿੱਚ ਤਕਰੀਬਨ ਹੋਣ ਚਾਹੀਏ। ਇਸ ਕਰਕੇ ਇੰਨੇ ਸਾਲ ਲਗਾਤਾਰ ਮੈਨੂੰ ਵੀ ਡਿਬੇਟ ਕਰਦਿਆਂ ਹੋ ਗਿਆ, ਅੱਜ ਤੱਕ ਇਹਨਾਂ 'ਚੋਂ ਕਿਸੇ ਵੀਰ ਨੇ ਕਦੀ ਬਸਪਾ ਦਾ ਕਦੀ ਟੈਲੀਵਿਜ਼ਨ ਦੇ ਉੱਤੇ ਨਾਂ ਨਹੀਂ ਸੀ ਲਿਆ। ਅੱਜ ਜਿਹੜੀ ਗੱਲ ਸ਼ੁਰੂ ਹੁੰਦੀ ਹੈ ਉਹ ਬਸਪਾ ਤੋਂ ਸ਼ੁਰੂ ਹੁੰਦੀ ਹੈ, ਜਿਹੜੀ ਐਲੀਗੇਸ਼ਨ ਸ਼ੁਰੂ ਹੁੰਦੀ ਹੈ ਉਹ ਬਸਪਾ ਤੇ ਹੁੰਦੀ ਹੈ, ਜਿਹੜਾ ਇਲਜ਼ਾਮ ਸ਼ੁਰੂ ਹੁੰਦਾ ਉਹ ਬਸਪਾ ਤੋਂ ਹੁੰਦਾ। ਤੇ ਹੁਣ ਬਸਪਾ ਦਾ ਤੇ ਅਕਾਲੀ ਦਲ ਦਾ ਤੇ ਜੋੜ ਕੇ ਇਹ ਜਿਹੜੇ ਤਾਨੇ ਮਿਹਣੇ ਸ਼ੁਰੂ ਵੀ ਹੋ ਗਏ ਕੁਝ ਘੰਟਿਆਂ ਦੇ ਵਿੱਚ, ਇਹ ਆਪਣੇ ਆਪ ਦੇ ਵਿੱਚ ਬਿਆਨ ਕਰਦੇ ਆ ਕਿ ਸਾਰੇ ਜਿਹੜੀਆਂ ਸਾਡੀਆਂ ਇਹ ਰਾਜਨੀਤਿਕ ਪਾਰਟੀਆਂ, ਇਹਨਾਂ ਦੀ ਜ਼ਮੀਨ ਜਿਹੜੀ ਹੈ ਖਿਸਕਣੀ ਸ਼ੁਰੂ ਹੋ ਗਈ।
ਇਹ ਪੁੱਛਦੇ ਆ ਮੈਨੂੰ ਕਿ ਦਲਿਤਾਂ ਵਾਸਤੇ ਕੀ ਕੀਤਾ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਜੇ ਆਟਾ ਦਾਲ ਦੀ ਸਕੀਮ ਦੇਸ਼ ਦੇ ਵਿੱਚ ਸ਼ੁਰੂ ਕੀਤੀ ਸੀ ਤੇ ਉਹ ਕਿੰਨੇ ਕੀਤੀ ਸੀ, ਉਸ ਪਾਰਟੀ ਦਾ ਨਾਂ ਤਾਂ ਨਾ ਘੱਟੋ ਘੱਟ ਭੁੱਲੋ। ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ, ਸੁੱਖ ਨਾਲ ਹੁਣ MLA ਹੋ, ਰਾਜਨੀਤੀ ਨੂੰ ਸਮਝਦੇ ਹੋ। ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਦੀ ਗੱਲ ਕੀਤੀ ਸੀ ਪਹਿਲੀ ਵਾਰੀ, ਤੇ ਤੁਸੀਂ ਕਹਿੰਦੇ ਸੀ 420 ਹੈ। ਇਹ ਹੋ ਹੀ ਨਹੀਂ ਸਕਦਾ। ਤੇ ਉਹ ਸਕੀਮ ਜਿਹੜੀ ਪੰਜਾਬ ਦੇ ਵਿੱਚ ਸਰਦਾਰ ਬਾਦਲ ਨੇ ਸ਼ੁਰੂ ਕੀਤੀ, ਫਿਰ ਉਹ ਦੇਸ਼ ਦੀ ਸਰਕਾਰ ਨੇ ਅਡਾਪਟ ਕੀਤੀ। ਤੇ ਤੁਸੀਂ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹਦੀ ਸੋਚ ਸੀ ਉਹਨਾਂ ਨੂੰ ਕਿਵੇਂ ਮਾਈਨਸ ਕਰ ਦਿਓਗੇ ਉਹਦੇ ਤੋਂ? ਜਦੋਂ ਸ਼ਗਨ ਸਕੀਮ ਦੀ ਗੱਲ ਕਰਦੇ ਸੀ, ਸਾਡੇ ਤੋਂ ਪਹਿਲਾਂ ਕਿਹੜੀ ਸਰਕਾਰ ਸੀ ਜਿਹੜੀ ਪੰਜਾਬ ਦੇ ਵਿੱਚ ਦਲਿਤ ਪਰਿਵਾਰਾਂ ਨੂੰ ਸ਼ਗਨ ਦਿੰਦੀ ਸੀ? ਜੇ ਅਸੀਂ ਸਕੀਮ ਸ਼ੁਰੂ ਕੀਤੀ ਤੇ ਜਦਵਜੀ ਦੀ ਅਗਲੇ ਮੈਨੀਫੈਸਟੋ 'ਚ ਰੇਟ ਵਧਣੇ ਸ਼ੁਰੂ ਹੋਏ, ਪਰ ਪਹਿਲਾਂ ਦਲਿਤ ਦੀ ਧੀ ਦਾ ਕਿਸੇ ਨੂੰ ਪੰਜਾਬ ਦੇ ਵਿੱਚ ਫਿਕਰ ਨਹੀਂ ਸੀ। ਬੜੀਆਂ ਸਰਕਾਰਾਂ ਉਸ ਤੋਂ ਪਹਿਲਾਂ ਵੀ ਬੜੀਆਂ ਸੀ। ਤੇ ਅੱਜ ਅਸੀਂ ਇਹ ਮੰਨਣ ਤੋਂ ਵੀ ਇਨਕਾਰੀ ਹਾਂ ਕਿ ਇਹ ਸਕੀਮ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਨਹੀਂ ਕੀਤੀ, ਕਿਸੇ ਹੋਰ ਨੇ ਨਹੀਂ ਕੀਤੀ। ਜੇ ਦਲਿਤ ਬੱਚਿਆਂ ਨੂੰ, ਗਰੀਬਾਂ ਦੇ ਬੱਚਿਆਂ ਨੂੰ, ਪਿੰਡਾਂ ਦੇ ਬੱਚਿਆਂ ਨੂੰ ਮੈਰੀਟੋਰੀਅਸ ਸਕੂਲ ਖੋਲ ਕੇ ਦਿੱਤੇ ਕਿ ਅਸਲੀ ਜੇ ਉਹਨਾਂ ਦੀ ਗਰੀਬੀ ਦੂਰ ਕਰਨੀ ਹੈ ਤੇ ਉਹਨਾਂ ਨੂੰ ਕੁਆਲਿਟੀ ਐਜੂਕੇਸ਼ਨ ਨਾਲ ਜੋੜਨਾ ਪਏਗਾ। ਜਿਹੜੇ ਬੱਚੇ ਹੋਸਟਲਾਂ 'ਚ ਨਹੀਂ ਰਹਿ ਸਕਦੇ, ਜਿਨ੍ਹਾਂ ਦੇ ਰਿਸ਼ਤੇਦਾਰ ਸ਼ਹਿਰਾਂ ਦੇ ਵਿੱਚ ਨਹੀਂ ਹੈ, ਉਹਨਾਂ ਨੂੰ ਹੋਸਟਲ ਬਣਾ ਕੇ ਮੈਰੀਟੋਰੀਅਸ ਸਕੂਲ ਬਣ, ਔਰ ਉਹਨਾਂ ਸਕੂਲਾਂ ਦੇ ਵਿੱਚੋਂ ਬੱਚੇ IIT ਤੱਕ ਦਾਖਲ ਹੋਏ। ਜਿਸ ਸਾਰੇ ਦੇ ਸਾਰੇ ਜਲੰਧਰ ਦੇ ਵਿੱਚ ਜਿੰਨੇ ਬੱਚੇ IIT ਦੇ ਸਿਲੈਕਟ ਹੋਏ, 8 ਦੇ 8 ਦਲਿਤ ਪਰਿਵਾਰਾਂ ਦੇ ਸੀਗੇ। ਇਹ ਸਾਡੇ ਤੋਂ ਚੀਮਾ ਸਾਹਿਬ ਇਹ ਵੀ ਇੱਕ ਤੱਥ ਹੈ ਨਾ ਕਿ ਤੁਸੀਂ 34 ਦੇ ਵਿੱਚੋਂ 31 ਸੀਟਾਂ ਹਾਰ ਗਏ। ਤੁਸੀਂ 2017 ਚ ਤੁਸੀਂ ਸਾਰੇ ਵਾਅਦੇ ਗਿਣਾ ਰਹੇ ਹੋ, ਜਾਂ ਤੁਸੀਂ ਕਹਿ ਰਹੇ ਹੋ ਜੋ ਅਸੀਂ ਕੀਤਾ ਉਹ ਤੁਸੀਂ ਗਿਣਵਾ ਰਹੇ ਹੋ, ਪਰ ਤੁਸੀਂ 34 ਚੋਂ 31 ਸੀਟਾਂ ਸਰ ਹਾਰ ਗਏ। ਸਿਰਫ 3 ਸੀਟਾਂ ਤੁਹਾਡੇ ਕੋਲ ਆਈਆਂ। 100% ਅਸੀਂ ਹਾਰ ਗਏ ਕਿਉਂਕਿ ਦੋ ਪਾਰਟੀਆਂ, ਇੱਕ ਕਾਂਗਰਸ ਤੇ ਇੱਕ ਜਿਹੜੀ ਹੈ ਆਮ ਆਦਮੀ ਪਾਰਟੀ, ਜਿਹੜੇ ਅੱਜ ਵੀ ਜਿਨ੍ਹਾਂ ਦੀ ਕੋਲੈਬੋਰੇਸ਼ਨ ਹੈ, ਜਿਨ੍ਹਾਂ ਦੀ ਸਾਂਝ ਹੈ, ਜਿਨ੍ਹਾਂ ਦਾ ਮੁਸ਼ਤਰਕਾ ਖਾਤਾ ਹੈ, ਇਹਨਾਂ ਦੋਨਾਂ ਨੇ ਰਲ ਕੇ ਇਹਨਾਂ ਦੀਆਂ ਉਸ ਵੇਲੇ ਦੀਆਂ ਤੁਸੀਂ ਇਲੈਕਸ਼ਨ ਦੀਆਂ CD ਕਰ ਲਓ। ਕਿਸੇ ਇੱਕ ਨੇ ਵੀ ਪੰਜਾਬ ਦੀ ਡਿਵੈਲਪਮੈਂਟ ਦੇ ਉੱਤੇ ਡਿਬੇਟ ਕੀਤਾ ਹੋਵੇ? ਕਿਸੇ ਇੱਕ ਨੇ ਵੀ ਪੰਜਾਬ ਦੇ ਵੇਰਕਾ ਸਾਹਿਬ ਤੁਹਾਡਾ ਇੱਕ ਕਮੈਂਟ ਚਾਹਾਂਗੇ ਤੁਹਾਡੇ ਤੋਂ ਜ਼ਰੂਰ। ਇਸ ਤੇ ਜਿਹੜੀ ਚੀਮਾ ਸਾਹਿਬ ਨੇ ਗੱਲ ਕੀਤੀ ਹੈ ਜਾਂ ਰੋੜੀ ਸਾਹਿਬ ਕਰ ਰਹੇ ਸੀ, ਅਸੀਂ ਰਿਪੀਟ ਨਹੀਂ ਕਰਾਂਗੇ ਤੁਹਾਡਾ ਕਮੈਂਟ। ਵੇਰਕਾ ਸਾਹਿਬ ਉਸ ਵੇਲੇ ਨਸ਼ਿਆਂ ਦੇ ਇਹਨਾਂ ਨੇ ਸੁਣ ਲਓ ਤੇ ਬਾਅਦ ਚ ਐਫੀਡੈਵਿਟ ਦੇ ਦੇ ਕੇ। ਚੀਮਾ ਸਾਹਿਬ ਇੱਕ ਮਿੰਟ ਆਪਾਂ ਕਰਦੇ ਹਾਂ, ਅੱਗੇ ਲੰਬੀ ਡਿਬੇਟ ਕਰਨੀ ਹੈ। ਵੇਰਕਾ ਸਾਹਿਬ ਨੇ ਸ਼ਾਇਦ ਜਾਣਾ, ਇਹਨਾਂ ਦਾ ਕਮੈਂਟ ਲੈ ਲਈ ਜੀ। ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਇਹ ਗੱਲ ਕਹਿ ਰਿਹਾ ਹੈ ਕਿ ਅਸੀਂ ਗਰੀਬਾਂ ਵਾਸਤੇ, ਦਲਿਤਾਂ ਵਾਸਤੇ ਬੜੇ ਵਧੀਆ ਕੰਮ ਕੀਤੇ, ਜਿਹਦੀ ਗਿਣਤੀ ਗਿਣਾ ਰਹੇ। ਭਾਈ ਪਹਿਲੀ ਗੱਲ ਇਹ ਆ, ਤੁਸੀਂ ਸਾਨੂੰ ਜੋੜ ਰਹੇ ਹੋ ਆਮ ਆਦਮੀ ਪਾਰਟੀ ਦੇ ਨਾਲ, ਤੁਹਾਡਾ ਸਾਥ ਰਿਹਾ BJP ਦੇ ਨਾਲ। BJP ਦਾ ਵੀ ਸੁਖੜਾ ਸਾਫ਼ ਹੋਇਆ ਤੇ ਅਕਾਲੀ ਦਲ ਦਾ ਵੀ ਸੁਖੜਾ ਸਾਫ਼ ਹੋਇਆ। ਹੁਣ ਤੁਸੀਂ ਲੱਭਦੇ ਪਏ ਹੋ ਆਪਣੀ ਜ਼ਮੀਨ ਦਲਿਤਾਂ ਦੇ ਮੋਢਿਆਂ ਤੇ ਪੈਰ ਰੱਖ ਕੇ, ਜਿਹੜੀ ਮੈਂ ਗੱਲ ਕਹਿ ਰਿਹਾ। ਔਰ ਮੈਂ ਤੁਹਾਨੂੰ ਇਹ ਗੱਲ ਸਪਸ਼ਟ ਕਹਿਣਾ ਚਾਹੁੰਦਾ ਕਿ 2022 ਦੇ ਵਿੱਚ ਵੀ ਪਿਛਲਾ ਇਤਿਹਾਸ ਦੁਹਰਾਇਆ ਜਾਣਾ ਹੈ, ਔਰ ਇਹ 3 ਦੀ 1 ਸੀਟ ਰਹਿਣੀ ਆ ਤੁਹਾਡੇ ਕੋਲ। ਉਹਦਾ ਕਾਰਨ ਇਹ ਆ ਕਿ ਜਿਹੜੀ ਸਕੋਲਰਸ਼ਿਪ ਦੀ ਤੁਸੀਂ ਇਸ਼ੂ ਉਠਾਇਆ ਹੋਇਆ ਹੈ 2016 ਦੇ ਵਿੱਚ, ਜਦੋਂ ਨਰਿੰਦਰ ਮੋਦੀ ਨੇ ਦਲਿਤਾਂ ਦੀ ਸਕੋਲਰਸ਼ਿਪ ਬੰਦ ਕੀਤੀ ਸੀ, ਉਸ ਵਕਤ ਇੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ, ਔਰ ਉਹ ਬੰਦ ਸਕੋਲਰਸ਼ਿਪ 3 ਸਾਲ ਤੱਕ ਬੰਦ ਰਹੀ ਹੈ। ਤੁਸੀਂ ਉੱਥੇ ਹਾਂ ਦਾ ਨਾਰਾ ਮਾਰਿਆ? ਤੁਸੀਂ ਕੋਈ ਗੱਲ ਕੀਤੀ ਉਹਨਾਂ ਵਾਸਤੇ? ਔਰ ਮੈਂ ਤੁਹਾਨੂੰ ਇਹ ਗੱਲ ਕਹਾਂ ਬਈ ਜੇਕਰ 2 0 ਇਕੱਠੇ ਹੋਣ ਤੇ ਉਹਦਾ ਜਿਹੜਾ ਟੋਟਲ ਆਉਂਦਾ ਯਾਰ ਰਿਜ਼ਲਟ 0 ਦਾ 0 ਹੀ ਰਹਿੰਦਾ। ਔਰ ਮੈਨੂੰ ਇਹ ਪੱਕਾ ਵਿਸ਼ਵਾਸ ਨਾਲ ਲਾਸਟ ਤੇ ਇੱਕ ਗੱਲ ਕਹਿ ਕੇ ਜਾ ਰਿਹਾ ਕਿ ਇਹ ਅਕਾਲੀ ਦਲ ਆਮ ਆਦਮੀ ਪਾਰਟੀ ਦਾ ਜਿਹੜਾ ਗੱਠਜੋੜ ਹੈ, ਇਹ ਸਵਾਰਥ ਦਾ ਗੱਠਜੋੜ ਹੈ। ਲੋਕ ਇਹਨੂੰ ਮੂੰਹ ਨਹੀਂ ਲਾਣਗੇ। ਚਲੋ ਸ਼ੁਕਰੀਆ ਵੇਰਕਾ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤੁਸੀਂ ਜਾਣਾ ਹੈ, ਬਹੁਤ ਬਹੁਤ ਧੰਨਵਾਦ। ਪਰ ਅਸੀਂ ਇਸ ਚਰਚਾ ਨੂੰ ਜਾਰੀ ਰੱਖਾਂਗੇ। ਇਸ ਚਰਚਾ ਨੂੰ ਇਸ ਕਰਕੇ ਵੀ ਜਾਰੀ ਰੱਖਾਂਗੇ ਕਿ ਪੰਜਾਬ ਦੇ ਵਿੱਚ ਅੱਗੇ ਚੁਣੌਤੀ ਕੀ ਹੈ, ਮੁੱਦੇ ਬਹੁਤ ਸਾਰੇ ਨੇ ਤੇ ਕਿਹੜੀ ਸਿਆਸੀ ਪਾਰਟੀ ਕਿਸ ਤਰੀਕੇ ਨਾਲ ਦਾਅਵੇ ਕਰਦੀ ਹੈ, ਵਾਅਦੇ ਕਰਦੀ ਹੈ, ਪਰ ਇਸ ਨਵੇਂ ਗੱਠਜੋੜ ਦੇ ਮਾਇਨੇ ਕੀ ਨੇ ਉਹ ਵੀ ਅਸੀਂ ਸਮਝਣ ਦੀ ਅੱਜ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਇੱਕ ਹੋਰ ਛੋਟੇ ਜਿਹੇ ਬ੍ਰੇਕ ਲਈ ਰੁਕਣਾ ਹੋਏਗਾ। ਬ੍ਰੇਕ ਤੋਂ ਬਾਅਦ ਵੀ ਇਸ ਚਰਚਾ ਨੂੰ ਅਸੀਂ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਕਾਂਗਰਸ ਦੇ ਨੁਮਾਇੰਦੇ ਵੀ ਸਾਡੇ ਨਾਲ ਜੁੜਨਗੇ। ਛੋਟਾ ਜਿਹਾ ਬ੍ਰੇਕ। ਬਹੁਜਨ ਸਮਾਜ ਪਾਰਟੀ 20 ਸੀਟਾਂ ਤੇ ਇਲੈਕਸ਼ਨ ਲੜੂਗੀ।